हर नामै कै होवो जोड़ी, गुरमुख बैसो सफा विछाई। सत संगत विच गुरु दी सभा दे विच जुड़ मिल के बैठना, ਇਹ ਆ ਸਿੱਖੀ ਦੀ ਜਿਹੜੀ ਉਹ ਸਭਿਅਤਾ। ਔਰ ਫਿਰ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਪਤਾ ਲੱਗ ਸਕੇ ਅੱਜ ਸਾਡੀ ਜੀਵਨ, ਅੱਜ ਸਾਡੀ ਜ਼ਿੰਦਗੀ ਜਿਹਨੂੰ ਅਸੀਂ ਬਸਰ ਕਰ ਰਹੇ ਹਾਂ, ਜਿਹਨੂੰ ਅਸੀਂ ਕਹਿ ਰਹੇ ਹਾਂ ਕਿ ਇਹ ਸਾਡੀ ਸਭਿਅਤਾ ਹੈ। ਹਾਂ, ਸੰਸਾਰ ਦੇ ਅੰਦਰ, ਦੁਨੀਆ ਦੇ ਵਿੱਚ ਹਰ ਇੱਕ ਧਰਮ ਦੇ ਨਾਲ, ਖਿੱਤੇ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੀ ਸਭਿਅਤਾ ਆਪਣੀ ਹੋ ਸਕਦੀ ਆ, ਪਰ ਅਸੀਂ ਗੁਰਮਤਿ ਵਿਰਸੇ ਦੇ ਨਾਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ, ਸਿੱਖੀ ਦੇ ਨਾਲ ਨਾਤਾ ਜੋੜਨ ਵਾਲੇ ਆਪਣੇ ਸੱਭਿਆਚਾਰ ਨੂੰ, ਆਪਣੀ ਸਭਿਅਤਾ ਨੂੰ ਸਮਝ ਸਕੀਏ। ਗੁਰੂ ਦਰਬਾਰ ਦੇ ਵਿੱਚ ਜਦੋਂ ਵੀ ਗੁਰੂ ਕਾ ਸਿੱਖ ਚੱਲ ਕੇ ਆਏਗਾ ਤੇ ਪੁੱਛੇਗਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਸਿੱਖੀ ਦੀ ਜੀਵਨ ਦੇ ਅੰਦਰ ਸਭ ਤੋਂ ਪਹਿਲਾ ਕਰਮ ਜਿਹੜਾ ਉਹਨੇ ਕਰਨਾ ਕੀ ਆ, ਸਿੱਖ ਦੇ ਜੀਵਨ ਦੇ ਅੰਦਰ ਕਿਹੜੇ ਗੁਣਾਂ ਦਾ ਹੋਰਨਾ ਲਾਜ਼ਮੀ ਆ, ਸਿੱਖੀ ਦੀ ਸਭਿਅਤਾ ਕੀ ਆ, ਤਾਂ ਮੇਰੇ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਇਹ ਬਚਨ ਸਾਡੇ ਨਾਲ ਸਾਂਝੇ ਕਰਦੇ ਨੇ ਕਿ ਗੁਰ ਸਤਿਗੁਰ ਕਾਜੋ ਸਿੱਖ ਅਖਾਏ। ਸਾਨੂੰ ਪਤਾ ਲੱਗ ਸਕੇ ਕਿ ਸਿੱਖੀ ਦੀ ਸਭਿਅਤਾ ਕੀ ਆ, ਸਾਡਾ ਸੱਭਿਆਚਾਰ ਕੀ ਆ। ਸਾਡਾ ਸੱਭਿਆਚਾਰ ਅੰਮ੍ਰਿਤ ਵੇਲੇ ਤੋਂ ਜੀਵਨ ਦੇ ਅੰਦਰ ਆਰੰਭ ਹੋ ਜਾਂਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਗੁਰ ਸਤਿਗੁਰ ਕਾਜੋ ਸਿੱਖ ਅਖਾਏ। ਉਹਦਾ ਪਹਿਲਾ ਕਰਮ ਸੋ ਭਲ ਕੇ ਉਠ ਹਰ ਨਾਮ ਧਿਆਵੈ। ਹੁਣ ਸਾਡੇ ਸਾਰਿਆਂ ਦੇ ਵਿੱਚੋਂ ਕੌਣ ਆ ਜਿਹੜਾ ਕਹਿੰਦਾ ਕਿ ਮੈਂ ਸਿੱਖ ਨਹੀਂ? ਅਸੀਂ ਤਾਂ ਸਾਰੇ ਆਖਦੇ ਆ ਕਿ ਮੈਂ ਸਿੱਖ ਹਾਂ। ਕਈ ਵਾਰ ਤਾਂ ਮੇਰੇ ਵਰਗਾ ਇਹ ਵੀ ਦਾਅਵਾ ਕਰਦਾ ਕਿ ਭਲਿਆ ਤੇਰੇ ਨਾਲੋਂ ਮੈਂ ਜ਼ਿਆਦਾ ਪੱਕਾ ਸਿੱਖ ਹਾਂ ਤੇ ਤੂੰ ਅਜੇ ਕੱਚਿਆਂ ਦੇ ਵਿੱਚ ਆ। ਪਰ ਆਪਣੇ ਮਨਾਂ ਵਿੱਚ ਮੇਰੇ ਸਮੇਤ ਝਾਤ ਮਾਰ ਕੇ ਵੇਖੀਏ ਕਿ ਅਸੀਂ ਸਿੱਖ ਕਹਾਉਣ ਦੇ ਹੱਕਦਾਰ ਹਾਂ। ਜੇ ਤਾਂ ਤੂੰ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਆਪਣੇ ਜੀਵਨ ਦੇ ਵਿੱਚ, ਫਿਰ ਤਾਂ ਤੂੰ ਸਿੱਖ ਹੈ, ਫਿਰ ਤਾਂ ਤੂੰ ਸਿੱਖ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਪਰ ਜੇ ਤੂੰ ਪਹਿਲੀ ਗੱਲ ਗੁਰੂ ਦੀ ਆਪਣੇ ਜੀਵਨ ਚੋਂ ਤਿਆਗ ਦਿੱਤੀ, ਪਹਿਲੀ ਗੱਲ ਨੂੰ ਹੀ ਆਪਣੇ ਜੀਵਨ ਚੋਂ ਕੱਢ ਦਿੱਤਾ ਹੋਵੇ ਕਿ ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਤੇ ਭਲ ਕੇ ਉਠ, ਅੰਮ੍ਰਿਤ ਵੇਲੇ ਉੱਠ ਕੇ ਕੀ ਮੈਂ ਮਾਲਕ ਦੇ ਗੁਣਾਂ ਦੇ ਨਾਲ ਜੁੜਦਾ ਕਿ ਉੱਠਣ ਸਾਰ ਮੈਂ ਪਹਿਲਾਂ ਫੋਨ ਨੂੰ ਵੇਖਦਾ ਕਿ ਅੱਜ ਦੀਆਂ ਕੀ ਖਬਰਾਂ ਨੇ। ਉੱਠਣ ਸਾਰ ਮੈਂ ਸਭ ਤੋਂ ਪਹਿਲਾਂ ਅਖਬਾਰ ਵੇਖਾਂਗਾ ਕਿ ਅੱਜ ਦੀਆਂ ਕੀ ਖਬਰਾਂ ਨੇ, ਕੀ ਨਿਊਜ਼ ਨੇ ਅੱਜ ਦੀਆਂ। ਪਰ ਚੇਤੇ ਰੱਖਿਓ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਸਿੱਖਾ ਤੇਰੇ ਜੀਵਨ ਦਾ ਇਹ ਸੱਭਿਆਚਾਰ ਹੈ ਕਿ ਤੂੰ ਸਭ ਤੋਂ ਪਹਿਲਾ ਕਰਮ ਆਪਣੇ ਜੀਵਨ ਦੇ ਵਿੱਚ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੂੰ ਚੌਥੇ ਪਹਿਰ ਦੀ ਸੰਭਾਲ ਕਰਕੇ ਮਾਲਕ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ ਆਪਣੀ ਜ਼ਿੰਦਗੀ ਦੇ ਅੰਦਰ ਨਾਮ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਅੰਮ੍ਰਿਤਮਈ ਬਣਾਉਣਾ ਹੈ। ਆਪਣੇ ਜੀਵਨ ਦੇ ਅੰਦਰ ਅੰਮ੍ਰਿਤਮਈ ਬਾਣੀ ਦਾ ਰਸ, ਇਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਚੱਖਣ ਦਾ ਯਤਨ ਕਰਨਾ ਹੈ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਆ ਇਸ਼ਨਾਨ ਕਰੀਏ ਜਪਜੀ ਸਾਹਿਬ ਦੇ ਵਿੱਚ, ਜਿਹਨੂੰ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਗੁਰ ਸਾਗਰ ਰਤਨੀ ਭਰਪੂਰੇ, ਜਿਹੜਾ ਗੁਰੂ ਦਾ ਸਾਗਰ ਆ ਨਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਅੰਮ੍ਰਿਤਮਈ ਬਾਣੀ, ਸਤਿਗੁਰੂ ਕਹਿੰਦੇ ਇਹ ਕੀਮਤੀ ਰਤਨਾਂ ਦਾ ਸਾਗਰ ਹੈ। ਤੇ ਇਸ ਸਾਗਰ ਦੇ ਵਿੱਚ ਅਸੀਂ ਇਸ਼ਨਾਨ ਕਰੀਏ। ਇਸ ਸਾਗਰ ਦੇ ਵਿੱਚ ਇਸ਼ਨਾਨ ਕਰਕੇ ਅਸੀਂ ਜੋ ਗੁਣ ਸਤਿਗੁਰੂ ਨੇ ਸਾਨੂੰ ਗੁਰੂ ਕੀ ਬਾਣੀ ਦੇ ਵਿੱਚ ਦਰਸਾਏ ਨੇ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਟਿਕਾ ਲਈਏ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬੱਪੜਾ ਛੱਪੜੀ ਨਾਏ। ਬਗਲੇ ਨਹੀਂ ਬਣਨਾ। ਜਿਹੜੇ ਦੇਹਧਾਰੀ ਨੇ
ਉਹਨਾਂ ਦੇ ਕੋਲ ਵੀ ਲੋਕ ਜਾਂਦੇ ਨੇ, ਪਰ ਚੇਤੇ ਰੱਖਿਓ ਸਤਿਗੁਰੂ ਜੀ ਕਹਿੰਦੇ ਜਿਹੜਾ ਬਗਲੇ ਬਿਰਤੀ ਵਾਲਾ ਮਨੁੱਖ ਹੁੰਦਾ ਨਾ, ਉਹ ਹਮੇਸ਼ਾ ਛੱਪੜਾਂ ਤੇ ਤਾਂ ਬੈਠਣ ਦਾ ਯਤਨ ਕਰੇਗਾ, ਸਾਗਰਾਂ ਤੇ ਤੁਹਾਨੂੰ ਕੇਵਲ ਹੰਸ ਮਿਲਣਗੇ। ਤੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਫਿਰ ਜਦੋਂ ਇਹਨੂੰ ਸਿੱਖ ਆਪਣੇ ਜੀਵਨ 'ਚ ਧਾਰਨ ਕਰੇਗਾ, ਇਹਦੀ ਗੋਦ ਵਿੱਚ ਮਾਲਕ ਦੀ ਕਿਰਪਾ ਦੇ ਸਦਕਾ, ਮਾਲਕ ਦੀ ਰਹਿਮਤ ਦੇ ਸਦਕਾ ਬੱਚੇ ਬੈਠੇ ਹੋਣਗੇ, ਇਹ ਬੱਚਿਆਂ ਦੇ ਵਿੱਚ ਬੈਠੇਗਾ, ਬੱਚੇ ਦੀ ਗੋਦ ਵਿੱਚ ਖੇਡਦੇ ਹੋਣਗੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਬਹੁਤ ਵਾਰ ਸੰਸਾਰ ਦੇ ਅੰਦਰ ਆਪਾਂ ਵੇਖਦੇ ਆ, ਮਨੁੱਖਤਾ ਦੀ ਲੁਕਾਈ ਦੀ ਇਹ ਤਸਵੀਰ ਬਣ ਜਾਂਦੀ ਆ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ। ਉਹ ਆਪਣੇ ਉਸ ਮਾਲਕ ਦੀ ਦਿੱਤੀ ਕੋਈ ਦਾਤ ਉਹਨੂੰ ਤਾਂ ਪਿਆਰ ਕਰਦੇ ਨੇ, ਲੇਕਿਨ ਦੇਣ ਵਾਲੇ ਦਾਤੇ ਨਿਰੰਕਾਰ ਨੂੰ ਆਪਣੀ ਜ਼ਿੰਦਗੀ ਚੋਂ ਭੁੱਲ ਜਾਂਦੇ ਨੇ। ਪਰ ਚੇਤੇ ਰੱਖਿਓ ਜਿਹੜਾ ਗੁਰਮਤ ਦਾ ਵਿਰਸਾ, ਜਿਹੜਾ ਗੁਰਮਤ ਦਾ ਸੱਭਿਆਚਾਰ ਹੈ ਨਾ, ਉਹ ਫਿਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇੱਕ ਪਤੀ ਪਤਨੀ ਬੈਠ ਕੇ ਅੰਮ੍ਰਿਤਮਈ ਬਾਣੀ ਦਾ ਜਾਪ ਕਰਨਗੇ ਨਾ, ਉਹ ਫਿਰ ਨਾਲ ਆਪਣੇ ਬੱਚੇ ਨੂੰ ਵੀ ਉਠਾਉਣ ਕੇ ਇੱਕ ਗੱਲ ਕਹਿਣਗੇ ਕਿ ਬੱਚਿਆ ਤੂੰ ਆ ਬੈਠ ਸਾਡੀ ਗੋਦ ਵਿੱਚ। ਮਾਂ ਇਸ਼ਨਾਨ ਕਰਾਏਗੀ ਬੱਚੇ ਨੂੰ, ਉਹ ਕਹੇਗੀ ਕਿ ਧੀਏ ਪੁੱਤਰਾ ਬੱਚਿਆ ਤੂੰ ਆ, ਤੈਨੂੰ ਮੈਂ ਮੂਲ ਮੰਤਰ ਸਿਖਾਉਣੀ ਆ ਜਿਹੜਾ ਸਾਡੇ ਜੀਵਨ ਦਾ ਮੂਲ ਹੈ। ਔਰ ਸਾਨੂੰ ਇਤਿਹਾਸ ਦੇ ਵਿੱਚੋਂ, ਰਹਿਤਨਾਮਿਆਂ ਦੇ ਵਿੱਚੋਂ ਇਹ ਬਚਨ ਪ੍ਰਾਪਤ ਹੁੰਦੇ ਨੇ ਕਿ ਸਿੱਖੀ ਦਾ ਸੱਭਿਆਚਾਰ ਕੀ ਹੈ। ਸਿੱਖੀ ਦਾ ਸੱਭਿਆਚਾਰ ਹੈ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ। ਮਿਲ ਕੇ ਤਾਂ ਅਸੀਂ ਹੁਣ ਵੀ ਬਹਿਨੇ ਆ, ਪਰ ਮੈਨੂੰ ਖਿਮਾ ਕਰਿਆ ਜੇ ਅਸੀਂ ਮਿਲਦੇ ਕਦੋਂ ਆ, ਜਦੋਂ ਟੀਵੀ ਤੇ ਸੀਰੀਅਲ ਵੇਖਣਾ ਹੋਵੇ, ਅਸੀਂ ਕੋਈ ਫਿਲਮ ਵੇਖਣੀ ਹੋਵੇ, ਕੋਈ ਨਾਟਕ ਵੇਖਣਾ ਹੋਵੇ, ਉਦੋਂ ਅਸੀਂ ਸਾਰਾ ਟੱਬਰ ਮਿਲ ਕੇ ਬੈਠ ਕੇ ਇੱਕ ਥਾਂ ਦੇ ਉੱਤੇ ਡਾਈਨਿੰਗ ਟੇਬਲ ਤੇ ਬੈਠ ਕੇ ਅਸੀਂ ਵੇਖਦੇ ਆ, ਬੜੇ ਗੌਰ ਦੇ ਨਾਲ ਵੇਖਦੇ ਆ। ਪਰ ਜਦੋਂ ਸ਼ਾਮ ਨੂੰ ਸੋਦਰ ਦੀ ਵਾਰੀ ਆਉਂਦੀ ਆ ਨਾ, ਸੋਦਰ ਸਾਹਿਬ ਦਾ ਪਾਠ ਕਰਨ ਦਾ ਵੇਲਾ ਹੁੰਦਾ, ਉਦੋਂ ਪਤਾ ਨਹੀਂ ਕਿ ਸਮੁੱਚਾ ਪਰਿਵਾਰ ਸਾਡਾ ਜਿਹੜਾ ਉਹ ਕਿੱਧਰ ਖਿੰਡਿਆ ਹੁੰਦਾ। ਪਰ ਸਾਨੂੰ ਰਹਿਤਨਾਮੇ ਹਦਾਇਤ ਦਿੰਦੇ ਨੇ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ। ਉਸ ਅਪਰ ਅਪਾਰ ਨਿਰੰਕਾਰ ਪਰਮੇਸ਼ਰ ਦੇ ਗੁਣਾਂ ਦੀ ਉਹ ਚਰਚਾ ਕਰਨਗੇ। ਭਜਨ ਸਿਖਾਵੇਂ ਪੁੱਤਰਨ ਕੋ ਭਜ ਨਾਮ ਬਾਰੰਬਾਰ। ਉਹ ਆਪ ਹੀ ਨਹੀਂ ਚਰਚਾ ਕਰਦੇ, ਸਗੋਂ ਆਪਣੇ ਬੱਚਿਆਂ ਨੂੰ ਵੀ ਉਹ ਉਸ ਮਾਲਕ ਨਿਰੰਕਾਰ ਦੇ ਗੁਣਾਂ ਤੋਂ ਜਾਣੂ ਕਰਵਾਉਂਦੇ ਨੇ। ਆਪਣੇ ਬੱਚਿਆਂ ਨੂੰ ਵੀ ਆਪਣੇ ਵਿਰਸੇ ਤੋਂ ਆਪਣੇ ਜੀਵਨ ਦੇ ਵਿੱਚ ਉਹ ਜਾਣੂ ਕਰਵਾਉਂਦੇ ਨੇ। ਔਰ ਫਿਰ ਚੇਤੇ ਰੱਖਿਓ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਇਹ ਕਿਰਪਾ ਕੀਤੀ, ਸਾਨੂੰ ਇਹ ਸਭ ਤੋਂ ਵੱਡੀ ਦਾਤ ਦਿੱਤੀ ਗੁਰੂ ਕੀ ਸੰਗਤ ਦੀ, ਕਿ ਗੁਰੂ ਕੀ ਸੰਗਤ ਵਿੱਚ ਬੈਠ ਕੇ ਅਸੀਂ ਆਪਣੀ ਸੱਭਿਅਤਾ ਨੂੰ ਜਿਹੜਾ ਉਹ ਧਾਰਨ ਕਰਨਾ ਹੈ। ਜਦੋਂ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੁਮੇਰ ਪਰਬਤ ਤੇ ਗਏ, ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਸੀ, ਕਹਿੰਦੇ ਬਾਬਾ ਸੰਸਾਰ ਦੇ ਅੰਦਰ ਅਸੀਂ ਤੇਰੀ ਬੜੀ ਕਰਾਮਾਤ ਸੁਣੀ ਆ, ਤੂੰ ਲੋਕ ਜਿਹੜੇ ਨੇ ਉਹ ਤੇਰੇ ਤੋਂ ਬੜੇ ਪ੍ਰਭਾਵਿਤ ਨੇ। ਸਾਨੂੰ ਇਉਂ ਲੱਗਦਾ ਕਿ ਤੂੰ ਸੰਸਾਰ ਨੂੰ ਕੋਈ ਕਰਾਮਾਤ ਦਿਖਾ ਕੇ ਆਪਣੇ ਮਗਰ ਲਾਇਆ ਹੋਇਆ ਹੈ, ਤੇ ਅੱਜ ਤੂੰ ਸਾਡੇ ਕੋਲ ਵਿਚਾਰ ਚਰਚਾ ਕਰਨ ਵਾਸਤੇ ਆਏ ਆ। ਅਸੀਂ ਤੈਨੂੰ ਇਹ ਸਵਾਲ ਕਰਦੇ ਨੇ ਕਿ ਸਵਾਲ ਕਰਦਿਆਂ ਸਾਰੇ ਰਲ ਕੇ ਸਾਨੂੰ ਇਹ ਗੱਲ ਦੱਸ ਕਿ ਸਭ ਤੋਂ ਪਹਿਲਾਂ ਤੇਰੇ ਕੋਲ ਕਿਹੜੀ ਕਰਾਮਾਤ ਆ। ਸਿੱਧ ਪੁੱਛਣ ਸੁਣ ਨਾਨਕਾ ਤੋਹੇ ਜਗ ਨੂੰ ਕਿਆ ਕਰਾਮਾਤ ਵਿਖਾਈ। ਤੂੰ ਸੰਸਾਰ ਨੂੰ ਕਿਹੜੀ ਕਰਾਮਾਤ ਦਿਖਾ ਕੇ ਆਪਣੇ ਮਗਰ ਲਾਇਆ। ਕਿਛ ਵਿਖਾਲੇ ਅਸਾਂ ਨੂੰ ਕਿਉਂ ਢਿੱਲ ਅਵੇਖੀ ਲਾਈ। ਉਹਦੇ ਵਿੱਚੋਂ ਕੁਝ ਸਾਨੂੰ ਝਲਕ ਵਿਖਾ ਸਕਦਾ, ਤੇਰੇ ਕੋਲ ਕਿਹੜੀ ਕਰਾਮਾਤ ਆ। ਅਸੀਂ ਵੀ ਤੇਰੇ ਤੋਂ ਪ੍ਰਭਾਵਿਤ ਆ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਸਿੱਧੋ ਚੇਤੇ ਰੱਖਿਓ ਜਿਹੜੀਆਂ ਕਰਾਮਾਤਾਂ 'ਚ ਤੁਸੀਂ ਵਿਸ਼ਵਾਸ ਰੱਖਦੇ ਹੋ, ਮੈਂ ਉਹਨਾਂ ਕਰਾਮਾਤਾਂ 'ਚ ਵਿਸ਼ਵਾਸ ਨਹੀਂ ਰੱਖਦਾ। ਜੇ ਤੁਸੀਂ ਸੱਚ ਪੁੱਛਦੇ ਹੋ ਕਿ ਬਾਬਾ ਤੇਰੇ ਕੋਲ ਕਿਹੜੀ ਕਰਾਮਾਤ ਆ, ਤਾਂ ਮੇਰੇ ਕੋਲ ਇੱਕੋ ਹੀ ਕਰਾਮਾਤ ਹੈ, ਉਹ ਹੈ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਨਾ ਮੇਰੇ ਕੋਲ ਸੰਸਾਰ ਦੇ ਅੰਦਰ ਕਿਸੇ ਦੇਹਧਾਰੀ ਦਾ ਮੈਂ ਆਸਰਾ ਲਿਆ, ਨਾ ਮੈਂ ਕਿਸੇ ਹੋਰ ਦੇਵੀ ਦੇਵਤੇ ਦਾ ਆਸਰਾ ਲਿਆ। ਗੁਰਸੰਗਤ
ਨੰਬਰ 1 ਮੇਰੇ ਕੋਲ ਗੁਰੂ ਕੀ ਸੰਗਤ ਦਾ ਆਸਰਾ ਹੈ, ਦੂਜੇ ਨੰਬਰ ਦੇ ਉੱਤੇ ਮੇਰੇ ਕੋਲ ਗੁਰੂ ਕੀ ਬਾਣੀ ਦੀ ਟੇਕ ਹੈ, ਔਰ ਇਹ ਤੋਂ ਬਿਨਾ ਮੈਂ ਰਾਈ ਮਾਤਰ ਵੀ ਕਿਸੇ ਹੋਰ ਚੀਜ਼ ਦਾ ਆਸਰਾ ਨਹੀਂ ਤੱਕਿਆ। ਹੁਣ ਅਸੀਂ ਆਪਣੀ ਜ਼ਿੰਦਗੀ 'ਚ ਪੜਚੋਲ ਕਰਕੇ ਵੇਖੀਏ ਮਨਾ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਬਾਣੀ ਤੇ ਭਰੋਸਾ ਰੱਖਦਾ। ਮੈਨੂੰ ਖਿਮਾ ਕਰਿਆ ਜੇ, ਸੱਚ ਕਰਕੇ ਜਾਣਿਓ ਜਪਜੀ ਸਾਹਿਬ ਪੜ੍ਹਦਾ ਮੈਂ ਵੀ ਹੋਵਾਂਗਾ ਰੋਜ਼, ਪਰ ਮੈਨੂੰ ਜਪਜੀ ਸਾਹਿਬ ਦੇ ਬਚਨਾਂ ਤੇ ਉਨਾ ਭਰੋਸਾ ਨਹੀਂ ਹੋਏਗਾ ਜਿੰਨਾ ਭਰੋਸਾ ਕਿਸੇ ਦੇਹਧਾਰੀ ਦੇ ਬਚਨਾਂ ਤੇ ਹੋਏਗਾ। ਮੈਂ ਤਾਂ ਘਰ ਵਿੱਚ ਲਿਖ ਕੇ ਵੀ ਲਾਏ ਹੋਣਗੇ ਫਲਾਣੇ ਮਹਾਪੁਰਸ਼ਾਂ ਦੇ ਇਹ ਬਚਨ ਨੇ, ਪਰ ਸਾਡੇ ਘਰ ਦੇ ਵਿੱਚੋਂ ਕਿਤੇ ਆਹ ਬਚਨ ਲਿਖ ਕੇ ਲਾਈਏ, ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਕਿਤੇ ਅਸੀਂ ਇਹ ਬੋਲ ਲਿਖ ਕੇ ਲਾਇਆ ਹੋਵੇ ਕਿ ਇਹ ਬੋਲ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹੈ, ਉਹ ਮਹਾਪੁਰਖ ਦਾ ਹੈ ਜਿਹੜਾ ਸੱਚ ਬੋਲਦਾ ਹੈ, ਜਿਹਨੂੰ ਸਤਿਗੁਰੂ ਨੇ ਕਿਰਪਾ ਕਰਕੇ ਅੰਮ੍ਰਿਤਮਈ ਬਾਣੀ ਦੇ ਅੰਦਰ ਇਹ ਬਚਨ ਦਰਜ ਕੀਤੇ ਨੇ। ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਹੋਰ ਅਸੀਂ ਕਿਹੜੇ ਮਹਾਪੁਰਖਾਂ ਨੂੰ ਲੱਭਣ ਵਾਸਤੇ ਤੁਰੇ ਫਿਰਦੇ ਆ? ਕਹਿੰਦੇ ਆ ਬਾਬਾ ਜੀ ਦੇ ਬਚਨ ਬੜੇ ਅਮੋਲਕ ਨੇ। ਸੁਖਮਨੀ ਸਾਹਿਬ ਤਾਂ ਰੋਜ਼ ਪੜ੍ਹਦੇ ਆ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰੇ ਗੁਰੂ ਤੋਂ ਉੱਤਮ ਬਚਨ ਕਿਸੇ ਦੇ ਨਹੀਂ ਹੋ ਸਕਦੇ। ਉੱਤਮ ਸ਼ਲੋਕ ਸਾਧ ਕੇ ਬਚਨ, ਉਹ ਸਾਧ ਕਿਹੜਾ? ਉਹ ਗੁਰੂ ਰੂਪੀ ਸਾਧੂ ਜਿਹਦਾ ਅਮਲੀਕ ਲਾਲ ਇਹ ਰਤਨ, ਜਿਹਦਾ ਕੋਈ ਮੁੱਲ ਨਹੀਂ, ਜਿਹਨੂੰ ਅਸੀਂ ਕਹਿੰਦੇ ਆ ਰਤਨਾ ਰਤਨ ਪਦਾਰਥ, ਬਹੁਤ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ ਗੁਰ ਸ਼ਬਦ ਭਰੇ ਭੰਡਾਰਾ। ਇਹ ਸਾਡਾ ਵਿਰਸਾ ਹੈ, ਇਹ ਸਾਡਾ ਸੱਭਿਆਚਾਰ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੇ ਕੋਲ ਬਚਪਨ ਦੇ ਵਿੱਚ ਇੱਕ ਆਪਣੇ ਘਰ ਦੀ ਕਿਰਤ ਕਰਨ ਵਾਲਾ ਪਰਿਵਾਰ ਦੇ ਵਿੱਚੋਂ ਇੱਕ ਬੱਚਾ ਕੱਥੂ ਨੰਗਲ ਦੇ ਇਲਾਕੇ ਦੇ ਵਿੱਚ, ਉੱਥੋਂ ਦਾ ਜੰਮਪਲ, ਉਹ ਜੋ ਪਰਿਵਾਰ ਨੇ ਰੋਜ਼ਾਨਾ ਦੀ ਤਰ੍ਹਾਂ ਕਿਰਤ ਕਰਨ ਵਾਸਤੇ ਪਸ਼ੂ ਰੱਖੇ ਹੋਏ ਸਨ, ਉਹਨਾਂ ਨੂੰ ਚਾਰਨ ਵਾਸਤੇ ਬਾਹਰ ਭੇਜ ਦੇਣਾ। ਪਸ਼ੂ ਲੈ ਕੇ ਚਾਰ ਗਾਹਾਂ ਹੋਇਆ ਕਰਦੀਆਂ ਸਨ, ਖੁੱਲੀ ਆਬਾਦੀ ਹੋਇਆ ਕਰਦੀ ਸੀ ਉਦੋਂ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਉਸ ਇੱਕ ਬੱਚੇ ਦਾ ਮਿਲਾਪ ਹੋਇਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਮਿਲ ਕੇ ਦਰਸ਼ਨ ਕਰਕੇ, ਕਿਉਂਕਿ ਅਸੀਂ ਬਚਨ ਪੜਾਂਗੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਜਦੋਂ ਉਹ ਆਨੰਦ ਦੀ ਦਾਤ ਜੀਵਨ ਦੇ ਅੰਦਰ ਪ੍ਰਾਪਤ ਹੋਈ ਨਾ, ਮਨ 'ਚ ਪਿਆਰ ਜਾਗਿਆ, ਖਿਆਲ ਆਇਆ ਬਈ ਸੰਸਾਰ ਦੇ ਅੰਦਰ ਬੜੀ ਕਈ ਵਾਰ ਅਸੀਂ ਧਰਮੀ ਲੋਕਾਂ ਨੂੰ ਕੁਝ ਘਰ 'ਚ ਆਉਂਦੇ ਆ, ਛਕਾਉਂਦੇ ਆ, ਕਿੰਨਾ ਚੰਗਾ ਹੋਵੇ ਮੈਂ ਇਸ ਪੁਰਖ ਨੂੰ ਵੀ ਕੁਝ ਛਕਾਵਾਂ, ਇਹ ਵੀ ਕੋਈ ਮਹਾਂਪੁਰਸ਼ ਲੱਗਦੇ ਨੇ। ਤੇ ਉਹ ਬੱਚਾ ਆਪਣੇ ਘਰ ਗਿਆ, ਘਰ ਜਾ ਕੇ ਉਹਨੇ ਮਾਂ ਨੂੰ ਆਖਿਆ, ਮਾਂ ਇੱਕ ਮੈਨੂੰ ਬਾਹਰ ਸਾਧੂ ਦਾ ਮਿਲਾਪ ਹੋਇਆ ਹੈ ਤੇ ਮੇਰਾ ਚਿੱਤ ਕਰਦਾ ਕਿ ਮੈਂ ਉਹਨੂੰ ਕੁਝ ਛਕਾਵਾਂ। ਤੇ ਘਰ ਦੇ ਵਿੱਚੋਂ ਕਟੋਰੇ ਵਿੱਚੋਂ ਦੁੱਧ ਪਾ ਕੇ ਲੈ ਕੇ ਗਏ ਤੇ ਜਾ ਕੇ ਆਖਿਆ, ਬਾਬਾ ਸਾਡੇ ਘਰ ਦੇ ਵਿੱਚ ਦੁੱਧ ਕਰਦਾ ਹੈ ਤੇ ਆ ਮੈਂ ਤੁਹਾਡੇ ਵਾਸਤੇ ਭੇਟਾ ਦੇ ਰੂਪ ਦੇ ਵਿੱਚ ਦੁੱਧ ਲੈ ਕੇ ਆਇਆ, ਕਿਰਪਾ ਕਰਕੇ ਮੇਰੀ ਇਹ ਭੇਟਾ ਪ੍ਰਵਾਨ ਕਰੋ। ਤੇ ਦੁੱਧ ਛਕ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਨੇ ਉਹਦਾ ਬਰਤਨ ਜਦੋਂ ਵਾਪਸ ਭੇਜਿਆ ਨਾ, ਵਾਪਸ ਉਹਦੇ ਖਾਤੇ ਰੱਖਿਆ। ਤੇ ਉਹ ਬੱਚਾ ਕਹਿੰਦਾ, ਬਾਬਾ ਅੱਗੇ ਵੀ ਕਈ ਲੋਕ ਆਉਂਦੇ ਸਨ ਸਾਡੇ ਕੋਲ ਧਾਰਮਿਕ, ਜਾਂ ਅਸੀਂ ਧਾਰਮਿਕ ਲੋਕਾਂ ਕੋਲ ਜਾਂਦੇ ਹੁੰਦੇ ਸੀ, ਕਈ ਵਾਰ ਕੋਈ ਘਰ ਤੋਂ ਪਦਾਰਥ ਲੈ ਕੇ ਜਾਣਾ, ਭਾਂਡੇ 'ਚ ਪਾ ਕੇ ਲੈ ਕੇ ਜਾਣਾ, ਉਹ ਭਾਂਡਾ ਵਾਪਸ ਖਾਲੀ ਨਹੀਂ ਸੀ ਮੋੜਦੇ। ਕਿਰਪਾ ਕਰ ਇਹ ਭਾਂਡੇ ਨੂੰ ਤੂੰ ਵੀ ਭਰ ਕੇ ਦੇਵੇਂਗੇ ਮੈਨੂੰ ਤਾਂ ਚੰਗੀ ਗੱਲ ਆ। ਤੇ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਵਕਤ ਉਸ ਬੱਚੇ ਦੀਆਂ ਉਹਨਾਂ ਗੱਲਾਂ ਨੂੰ ਸੁਣ ਕੇ ਆਖਿਆ ਸੀ, ਕਹਿਣ ਲੱਗੇ, ਬੱਚਿਆ ਤੂੰ ਕੀ ਮੰਗਣਾ ਚਾਹੁੰਦਾ? ਕਹਿੰਦੇ, ਬਾਬਾ ਮੈਨੂੰ ਜੀਵਨ ਦੇ ਅੰਦਰ ਮੌਤ ਤੋਂ ਬੜਾ ਡਰ ਲੱਗਦਾ ਹੈ, ਮੈਂ ਮੌਤ ਤੋਂ ਡਰ ਰਿਹਾ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਤੇਰੀ ਉਮਰ ਤੇ ਤੇਰੀ ਗੱਲ ਇਹ ਪ੍ਰਤੱਖ ਕਰਦੀ ਆ ਕਿ ਤੂੰ ਬੱਚਾ ਨਹੀਂ, ਸਗੋਂ ਤੂੰ ਬੁੱਢਾ ਹੋਏਗਾ, ਤੂੰ ਤਾਂ ਬਜ਼ੁਰਗ ਅਵਸਥਾ ਦੇ ਵਿੱਚ ਅੱਪੜ ਚੁੱਕੇ ਆ। ਔਰ ਚੇਤੇ ਰੱਖਿਓ, ਉਹ ਬੂੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਤੇ ਭਰੋਸਾ ਰੱਖ ਕੇ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਤੇ ਟੇਕ ਰੱਖ ਕੇ, ਚੇਤੇ ਰੱਖਿਓ ਜਿਨ੍ਹਾਂ ਨੂੰ ਅੱਜ ਅਸੀਂ ਸਤਿਕਾਰ ਦੇ ਨਾਲ ਬਾਬਾ ਬੁੱਢਾ ਸਾਹਿਬ ਆਖਦੇ ਆ, ਇਹ ਨੇ ਸਾਡੇ ਬਾਬੇ। ਇਹ ਆ ਸਾਡਾ ਜੀਵਨ ਦਾ ਸੱਭਿਆਚਾਰ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰਨਾ ਹੈ। ਤੇ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਤੋਂ ਮਗਰੋਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇੱਕ ਵਡਮੁੱਲੀ ਵਿਰਾਸਤ
ਸਾਡੀ ਝੋਲੀ ਦੇ ਵਿੱਚ ਪਾਈ ਖਡੂਰ ਸਾਹਿਬ ਦੀ ਧਰਤੀ ਤੇ। ਉਹ ਵਡਮੁੱਲੀ ਵਿਰਾਸਤ ਕੀ ਸੀ? ਦੋ ਗੱਲਾਂ ਮੇਰੇ ਮਾਲਕ ਨੇ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਖਡੂਰ ਸਾਹਿਬ ਦੀ ਧਰਤੀ ਤੋਂ ਦਿੱਤੀਆਂ ਨੇ। ਉਹ ਦੋ ਗੱਲਾਂ ਦੇ ਵਿੱਚ ਨੰਬਰ 1 ਦੇ ਉੱਤੇ ਜਦੋਂ ਅਸੀਂ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ ਰਚਨਾ ਨੂੰ ਪੜਾਂਗੇ ਨਾ, ਤੇ ਉਹ ਕਹਿੰਦੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਤੋਂ ਇਹ ਸੱਚ ਦੇ ਸੌਦੇ ਕਰਕੇ ਜਿਹੜੇ ਲੋਕ ਦੂਜਿਆਂ ਦੀਆਂ ਹੱਥ ਦੀਆਂ ਤਲੀਆਂ ਤੋਂ ਖੋਹ ਕੇ ਆਪਣੇ ਮੂੰਹ ਵਿੱਚ ਪਾਉਂਦੇ ਸਨ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਹੱਥ ਦੀ ਤਲੀ ਤੋਂ ਚੁੱਕ ਕੇ ਦੂਜੇ ਦੀ ਤਲੀ ਤੇ ਰੱਖ ਕੇ ਆਖਿਆ ਸੀ ਕਿ ਇਹੋ ਜਿਹੇ ਸੱਚ ਦੇ ਸੌਦੇ ਕਰਨੇ ਸਿੱਖ ਲਈਏ। ਅੱਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਉਹ ਦਾਤ ਵਰਤਾਈ, ਜਿਹਦੇ ਸਬੰਧ ਵਿੱਚ ਅਸੀਂ ਗੁਰਬਾਣੀ ਚੋਂ ਪੜਾਂਗੇ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਪਤ ਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਲੰਗਰ ਦੀ ਦਾਤ ਸਤਿਗੁਰੂ ਨੇ ਸਾਡੀ ਝੋਲੀ ਦੇ ਵਿੱਚ ਪਾਈ, ਔਰ ਫਿਰ ਕੇਵਲ ਲੰਗਰ ਦੂਜਿਆਂ ਨੂੰ ਵਰਤਾ ਕੇ ਪਿੱਛੋਂ ਬਚਿਆ ਆਪ ਖਵੰਦਾ ਦੀ ਜੁਗਤ ਜਿਹੜੀ ਸਾਨੂੰ ਸਮਝਾਈ, ਔਰ ਉਹਦੇ ਨਾਲ ਦੂਜੀ ਦਾਤ ਮੇਰੇ ਮਾਲਕ ਨੇ ਨਾਲ ਹੀ ਸਾਡੀ ਝੋਲੀ 'ਚ ਪਾ ਦਿੱਤੀ। ਮਤਾ ਕਿਤੇ ਅਸੀਂ ਕੇਵਲ ਲੰਗਰ ਨੂੰ ਹੀ ਬਈ ਪ੍ਰਸ਼ਾਦਾ ਪਾਣੀ ਛਕਣ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾ ਲਈਏ, ਨਹੀਂ। ਇੱਥੇ ਦੋਵੇਂ ਗੱਲਾਂ ਵਰਤਦੀਆਂ ਨੇ। ਤੇ ਦੂਜੇ ਪਾਸੇ ਉਹੀ ਭਾਈ ਸੱਤਾ ਤੇ ਭਾਈ ਬਲਵੰਡ ਜੀ ਪੁਕਾਰ ਕੇ ਆਖਦੇ ਨੇ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ, ਜਿਹਦੇ ਸਬੰਧ ਚ ਅਸੀਂ ਪੜਾਂਗੇ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਸਾਡੇ ਜੀਵਨ ਚੋਂ ਖਤਮ ਨਹੀਂ ਹੋਣ ਵਾਲਾ ਦੋਵੇਂ ਦਾਤਾਂ ਪੰਗਤ ਤੇ ਸੰਗਤ, ਜਿਹਦੇ ਵਿੱਚ ਮੇਰੇ ਸਤਿਗੁਰੂ ਜੀ ਨੇ ਸਾਡੇ ਜੀਵਨ ਦੇ ਵਿੱਚੋਂ ਜਿੰਨੇ ਅੱਜ ਵਿਤਕਰੇ ਪਏ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ। ਗੁਰੂ ਅਮਰਦਾਸ ਮਹਾਰਾਜ ਨੇ ਇਹਨੂੰ ਹੋਰ ਪ੍ਰਪੱਕ ਕਰ ਦਿੱਤਾ, ਕਹਿੰਦੇ ਪਹਿਲੇ ਪੰਗਤ ਪਾਛੇ ਸੰਗਤ। ਜਿਹੜੇ ਲੋਕ ਪੰਗਤ ਵਿੱਚ ਬੈਠਣ ਤੋਂ ਗੁਰੇਜ਼ ਕਰਦੇ ਸੀ, ਅਸੀਂ ਉਸ ਨੀਵੀਂ ਜ਼ਾਤ ਵਾਲੇ ਨਾਲ ਬੈਠ ਕੇ ਪ੍ਰਸ਼ਾਦਾ ਛਕੀਏ? ਅਸੀਂ ਤਾਂ ਉੱਚੀ ਜ਼ਾਤ ਵਾਲੇ ਆ। ਤੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਕਿਰਪਾ ਕਰਕੇ ਮੋਹਰ ਲਾ ਦਿੱਤੀ। ਪਹਿਲਾਂ ਪੰਗਤ ਵਿੱਚ ਬੈਠੇਗਾ, ਗੁਰੂ का ਪ੍ਰਸ਼ਾਦ ਪਾਣੀ ਛਕੇਗਾ, ਉਸ ਤੋਂ ਬਾਅਦ ਵਿੱਚ ਉਹ ਗੁਰੂ ਕੀ ਸੰਗਤ ਵਿੱਚ ਆ ਕੇ ਬੈਠੇਗਾ। ਤੇ ਭਾਵੇਂ ਅਕਬਰ ਵਰਗਾ ਬਾਦਸ਼ਾਹ ਵੀ ਹੋਵੇ ਨਾ, ਉਹਨੂੰ ਵੀ ਲੰਗਰ ਦੇ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਏਗਾ। ਅੱਜ ਫਿਜ਼ੀਕਲੀ ਤੌਰ ਤੇ ਸਾਨੂੰ ਕੋਈ ਮੁਸ਼ਕਲ ਹੋਵੇ ਗੱਲ ਵੱਖਰੀ ਆ, ਪਰ ਖਿਮਾ ਕਰਿਆ ਜੇ ਮੇਰੇ ਵਰਗਿਆਂ ਨੂੰ ਪੰਗਤ ਚੋਂ ਬਾਹਰ ਕੱਢ ਕੇ ਵਿਸ਼ੇਸ਼ ਰੂਪ 'ਚ ਬਿਠਾ ਕੇ ਛਕਾਉਣ ਤੋਂ ਗੁਰੇਜ਼ ਕਰੀਏ। ਕਿਸੇ ਨੂੰ ਕਾਹਲੀ ਹੋਵੇ ਕੋਈ ਵੱਖਰੀ ਮਸਲਾ, ਵੱਖਰੀ ਗੱਲ ਆ, ਪਰ ਚੇਤੇ ਰੱਖਿਓ ਗੁਰੂ ਦਾ ਦਰਬਾਰ ਇੱਥੇ ਅਕਬਰ ਵਰਗਾ ਬਾਦਸ਼ਾਹ ਵੀ ਆਵੇ ਨਾ, ਉਹਨੂੰ ਵੀ ਪੰਗਤ ਵਿੱਚ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਛਕਾ ਕੇ ਉਹਦੇ ਅੰਦਰੋਂ ਇਸ ਗੱਲ ਨੂੰ ਕੱਢ ਦਿੱਤਾ ਸੀ ਕਿ ਜਿਸ ਘਰ ਤੂੰ ਆਇਆ ਨਾ, ਚੇਤੇ ਰੱਖੀ ਇੱਥੇ ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਫਿਰ ਉਹਦੇ ਨਾਲ ਕਿਰਪਾ ਕਰਕੇ ਸਾਡੇ ਪ੍ਰਚਾਰ ਨੂੰ 22 ਮੰਜੀਆਂ ਦੇ ਰੂਪ ਦੇ ਵਿੱਚ ਵੰਡਿਆ, 52 ਪੀੜ੍ਹੀਆਂ ਦੇ ਰੂਪ ਦੇ ਵਿੱਚ ਵੰਡਿਆ, ਔਰ ਉਸੇ ਵਿਚਾਰ ਨੂੰ, ਉਸੇ ਸ਼ਬਦ ਨੂੰ, ਉਸੇ ਜੋਤ ਨੂੰ, ਉਸੇ ਜੁਗਤ ਨੂੰ ਮੇਰੇ ਮਾਲਕ ਨੇ ਅੱਗੇ ਵਰਤਾਇਆ, ਅੱਗੇ ਲੈ ਕੇ ਗਏ। 10ਵੇਂ ਜਾਮੇ ਤੱਕ ਇਹ ਜੋਤ ਪਹੁੰਚੀ, ਉਹੀ ਜੁਗਤ ਚੱਲੀ, ਉਹੀ ਗੁਰੂ ਸ਼ਬਦ ਦੀ ਦਾਤ ਨਾਲ ਨਾਲ ਚੱਲੀ। ਔਰ ਫਿਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ, ਰਹਿਮਤ ਕਰਕੇ ਸਾਡੀ ਝੋਲੀ ਦੇ ਵਿੱਚ ਇਹ ਦਾਤ ਪਾਈ ਕਿ ਅੱਜ ਮੇਰੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਕਿ ਆਪਸ ਦੇ ਵਿੱਚ ਕੋਈ ਅੰਤਰ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਹਨਾਂ ਦੀ ਸੇਵਾ ਕਰਕੇ ਭਾਈ ਲਹਿਣਾ ਜੀ ਉਹ ਗੁਰੂ ਨਾਨਕ ਦਾ ਰੂਪ ਹੋ ਗਏ, ਇਵੇਂ ਅੱਜ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਗੁਰੂ ਦੇ ਅੱਗੇ ਆਪਣਾ ਆਪ ਰੱਖ ਕੇ ਗੁਰੂ ਦੇ ਨਾਲ ਇਕਮਿਕ ਹੋਏ, ਗੁਰੂ ਦੇ ਨਾਲ ਇਕਮਿਕ ਹੋਏ। ਤੇ ਗੁਰੂ ਨੇ ਆਖਿਆ ਇਹ ਮੇਰੇ 5 ਪਿਆਰੇ ਨੇ। ਪਿਆਰਾ ਸ਼ਬਦ ਨਾ ਉਹਨੇ ਆਪਣੇ ਪੁੱਤਾਂ ਨਾਲ ਲਾਇਆ,
ਨਾ ਉਹਨੇ ਕਿਸੇ ਹੋਰ ਨਾਲ ਲਾਇਆ। ਅੱਜ ਵੀ ਕੋਈ ਪੰਜ ਪਿਆਰੇ ਕਹੇ, ਸਾਡੀਆਂ ਅੱਖਾਂ ਸਾਹਮਣੇ ਤਸਵੀਰ ਪ੍ਰਤੱਖ ਹੋ ਜਾਂਦੀ ਆ ਕਿ ਇਹ ਉਹਨਾਂ ਪੰਜ ਪਿਆਰਿਆਂ ਦੀ ਗੱਲ ਆ ਜਿਨ੍ਹਾਂ ਨੇ ਸਤਿਗੁਰ ਆਗਿਆ ਸੀਸ ਭੇਟ ਦਿਓ, ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਅੱਗੇ ਅਰਪਣ ਕੀਤਾ, ਗੁਰੂ ਦੇ ਅੱਗੇ ਰੱਖਿਆ। ਔਰ ਫਿਰ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਜਿਹੜੀ ਗੱਲ ਪਹਿਲੇ ਸਮੇਂ ਤੋਂ ਦ੍ਰਿੜ ਕਰਵਾਈ ਜਾ ਰਹੀ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਤੋਂ ਕਿ ਦੁਬਿਧਾ ਦੇ ਵਿੱਚ ਨਹੀਂ ਪੈਣਾ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਬਣਨਾ ਹੈ। ਜਿਹੜੇ ਲੋਕ ਅੰਦਰੋਂ ਕੁਝ ਹੋਰ ਹੋਣ, ਬਾਹਰੋਂ ਕੁਝ ਹੋਰ ਹੋਣ, ਚੇਤੇ ਰੱਖਿਓ ਉਹ ਸਿੱਖੀ ਦੇ ਘਰ ਪਰਿਵਾਰ ਨਹੀਂ ਹੋ ਸਕਦੇ। ਇਹ ਵੀ ਸਾਡਾ ਸੱਭਿਆਚਾਰ ਨਹੀਂ ਕਿ ਮੈਂ ਬਾਹਰੋਂ ਤਾਂ ਬੜਾ ਧਰਮੀ ਦਿਸਾਂ ਤੇ ਅੰਦਰ ਮੇਰੇ ਜੀਵਨ ਦੇ ਅੰਦਰ ਇੱਕ ਵੀ ਗੁਣ ਨਾ ਹੋਵੇ। ਬਚਨ ਤੁਸੀਂ ਰੋਜ਼ ਪੜ੍ਹਦੇ ਹੋ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ, ਸਤਿਗੁਰੂ ਕਹਿੰਦੇ ਜਿਹੜੇ ਲੋਕ ਜੀਉ ਮੈਲੇ ਬਾਹਰੋਂ ਨਿਰਮਲ ਹੋਣ ਆਪਣੀ ਜ਼ਿੰਦਗੀ ਦੇ ਵਿੱਚ, ਉਹ ਮਾਲਕ ਦੇ ਘਰ ਪਰਿਵਾਰ ਨਹੀਂ ਹੋ ਸਕਦੇ। ਤੇ ਜਿਹੜੇ ਲੋਕ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਦੀ ਸਿੱਖਿਆ ਨੂੰ ਕਮਾ ਕੇ ਅੰਦਰੋਂ ਤੇ ਬਾਹਰੋਂ ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹਨਾਂ ਨੇ ਗੁਰੂ ਦੇ ਉਪਦੇਸ਼ ਨੂੰ ਵੀ ਕਮਾਇਆ, ਉਹਨਾਂ ਨੇ ਗੁਰੂ ਦੇ ਸਿੱਖਿਆ ਨੂੰ ਕਮਾ ਕੇ ਆਪਣੇ ਕਿਰਦਾਰ ਦੇ ਵਿੱਚ ਧਾਰਨ ਕੀਤਾ। ਔਰ ਫਿਰ ਜੀਵਨ ਦੇ ਅੰਦਰ ਜੋ ਬਾਹਰੋਂ ਰੂਪ ਦੇ ਵਿੱਚ ਪ੍ਰਗਟ ਹੋਇਆ ਨਾ, ਤੇ ਚੇਤੇ ਰੱਖਿਓ ਉਹ ਫਿਰ ਗੁਰੂ ਦੇ ਬਚਨਾਂ ਤੋਂ ਆਪਣਾ ਆਪ ਕੁਰਬਾਨ ਕਰਨ ਵਾਲੇ ਤਿਆਰ ਹੋ ਗਏ। ਸੁਖਮਨੀ ਸਾਹਿਬ ਤੁਸੀਂ ਰੋਜ਼ ਪੜ੍ਹਦੇ ਹੋ ਕਿ ਰਹਿਤ ਅਵਰ ਕਛ ਅਵਰ ਕਮਾਵਤ, ਮਨ ਹੀ ਪ੍ਰੀਤ ਮੁਖੋਂ ਗੰਢ ਲਾਵਤ। ਅੱਜ ਤਾਂ ਮੇਰੇ ਵਰਗਿਆਂ ਦੀ ਕਹਾਣੀ ਬਹੁਤ ਇਸ ਤਰ੍ਹਾਂ ਦੀ ਹੈ, ਹਿਰਦੇ 'ਚ ਕੋਈ ਪਿਆਰ ਨਹੀਂ, ਕੇਵਲ ਜ਼ੁਬਾਨ ਤੋਂ ਗੱਲਾਂ ਜਿਹੜੀਆਂ ਨੇ ਉਹ ਮਿੱਠੀਆਂ ਤੇ ਚੰਗੀਆਂ ਕਰ ਰਹੇ ਨੇ। ਉਹਨੂੰ ਵੇਖ ਕੇ ਤਾਂ ਇਉਂ ਲੱਗਦਾ ਕਿ ਇਹਦੇ ਵਰਗਾ ਕੋਈ ਗੁਰਸਿੱਖ ਨਹੀਂ ਹੋ ਸਕਦਾ, ਪਰ ਜਦੋਂ ਆਪਣੇ ਅੰਦਰ ਪੜਚੋਲ ਕਰੀਏ ਫਿਰ ਪਤਾ ਲੱਗਦਾ ਕਿ ਗੱਲਾਂ ਹੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾ ਕਾਲੀਆਂ, ਬਾਹਰੋਂ ਚਿੱਟਵੀਆਂ। ਸਾਡੀ ਤਾਂ ਹਾਲਤ ਕਈ ਵਾਰ ਬਣ ਜਾਂਦੀ ਆ ਕਿ ਜਿਹੋ ਜੀ ਹਾਲਤ ਸੱਜਣ ਠੱਗ ਦੀ ਬਣੀ ਹੋਈ ਸੀ, ਬਾਹਰੋਂ ਰੂਪ ਦੇ ਵਿੱਚ ਧਰਮੀ ਦਿਸਦਾ ਸੀ, ਪਰ ਅੰਦਰੋਂ ਉਹਦੀ ਜ਼ਿੰਦਗੀ ਦੇ ਅੰਦਰ ਨਿੱਤਾ ਪ੍ਰਤੀ ਜੀਵਨ ਜਿਹੜਾ ਉਹਦਾ ਔਗਣਾਂ ਨਾਲ ਭਰਿਆ ਸੀ। ਸਤਿਗੁਰੂ ਕਹਿੰਦੇ ਚੇਤੇ ਰੱਖ ਉਹ ਮਾਲਕ ਦੇ ਅੱਗੇ ਤੂੰ ਉਹਦੇ ਤੋਂ ਕੋਈ ਗੱਲ ਛੁਪਾ ਨਹੀਂ ਸਕਦਾ। ਜਾਣਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਸਾਡੇ ਬਾਹਰਲੇ ਪਹਿਰਾਵੇ ਤੋਂ ਉਰੀਜੇਗਾ ਨਹੀਂ। ਸਾਨੂੰ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਬਾਹਰੀ ਪਹਿਰਾਵਾ ਪੰਜ ਕਕਾਰਾਂ ਦੇ ਰੂਪ ਦੇ ਵਿੱਚ ਸਾਨੂੰ ਵਰਦੀ ਦਿੱਤੀ, ਜੋ ਸਾਡੀ ਵਿਰਾਸਤ, ਸਾਡਾ ਵਿਰਸਾ, ਸਾਡਾ ਸੱਭਿਆਚਾਰ। ਔਰ ਫਿਰ ਚੇਤੇ ਰੱਖਿਓ ਉਹ ਕੇਵਲ ਬਾਹਰੀ ਰੂਪ 'ਚ ਨਹੀਂ ਸੀ, ਇੱਕ ਇੱਕ ਕਕਾਰ ਉਹਦੇ ਅੰਦਰ ਦੀ ਸਿੱਖਿਆ ਉਹ ਸਾਡੇ ਆਤਮਿਕ ਜੀਵਨ ਨੂੰ ਸੰਦੇਸ਼ ਦੇ ਕੇ ਸਾਡੇ ਅੰਦਰ ਨੂੰ ਸਵਾਰਨ ਦੀ ਗੱਲ ਕਰਦੀ ਆ। ਮੈਂ ਉਹਦੇ ਵਿੱਚੋਂ ਇੱਕ ਦੀ ਗੱਲ ਕਰਕੇ ਸਮਾਪਤੀ ਕਰ ਦੇਣੀ ਆ, ਕਿਉਂਕਿ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਉਹ ਸਾਡੇ ਕੋਲ ਪਹੁੰਚ ਚੁੱਕੇ ਨੇ। ਪੰਜ ਕਕਾਰਾਂ ਦੇ ਵਿੱਚ ਸਾਨੂੰ ਸਭ ਤੋਂ ਪਹਿਲਾ ਕਕਾਰ ਅਸੀਂ ਉਹਦੇ ਵਿੱਚ ਕੇਸ ਪੜਾਂਗੇ, ਪਰ ਚੇਤੇ ਰੱਖਿਓ ਸਾਡੀ ਜ਼ਿੰਦਗੀ ਦੇ ਵਿੱਚੋਂ ਕੇਸ ਮਨਫੀ ਹੋ ਜਾਣ, ਚਾਰ ਕਕਾਰਾਂ ਦੀ ਕੋਈ ਅਹਿਮੀਅਤ ਨਹੀਂ। ਉਹਨਾਂ ਚਾਰ ਕਕਾਰਾਂ ਦੀ ਅਹਿਮੀਅਤ ਹੀ ਤਦ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਦਿੱਤੇ ਹੋਏ ਕੇਸਾਂ ਨੂੰ ਸੰਭਾਲਾਂਗੇ। ਮੈਂ ਇੱਕ ਹੋਰ ਅਰਜ਼ ਕਰਦੇ ਹਾਂ, ਮਤਾ ਕੋਈ ਸਮਝੇ ਕਿ ਇਹ ਕੇਸ ਮੈਨੂੰ ਗੁਰੂ ਨੇ ਦਿੱਤੇ ਨੇ ਜਾਂ ਇਹ ਕੇਸ ਮੈਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੇ ਨੇ, ਨਹੀਂ, ਇਹ ਕੇਸ ਉਸ ਅਕਾਲ ਪੁਰਖ ਦੇ ਦਿੱਤੇ ਹੋਏ ਨੇ, ਜਿਹਦੇ ਸੰਬੰਧ 'ਚ ਪੜ੍ਹਦੇ ਆ ਕਿ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਨ। ਉਹਨੇ ਜਿੰਦ ਦਿੱਤੀ, ਉਹਨੇ ਪਿੰਡ ਦਿੱਤਾ। ਔਰ ਕਿਤੇ ਭਗਤ ਧੰਨਾ ਜੀ ਨੂੰ ਪੜ੍ਹੀਏ ਨਾ, ਉਹਨਾਂ ਤਾਂ ਕਿੱਡੀ ਕਮਾਲ ਦੀ ਗੱਲ ਕਰ ਦਿੱਤੀ। ਉਹ ਕਹਿੰਦੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਉਹਨੇ ਸਾਡੀ ਉੱਥੇ ਪ੍ਰਤਿਪਾਲਨਾ ਕੀਤੀ ਔਰ ਸਾਡੀ ਗੋਦ ਵਿੱਚ ਬੱਚੇ ਦੇ ਰੂਪ ਦੇ ਵਿੱਚ ਮਾਲਕ ਨਿਰੰਕਾਰ ਦੇ ਵੱਲੋਂ ਇੱਕ ਤੋਹਫਾ ਮਿਲਿਆ, ਇੱਕ ਅਮਾਨਤ ਮਿਲੀ। ਅਸੀਂ ਤਾਂ ਕੇਵਲ ਆਪਣੇ ਸਰੀਰ ਨੂੰ, ਆਪਣੇ ਜੀਵਨ ਨੂੰ, ਜਦੋਂ ਕਿਤੇ ਮਾਂ ਉਸ ਅਵਸਥਾ ਦੇ ਵਿੱਚੋਂ ਗੁਜ਼ਰਦੀ ਆ, ਉਹ ਕੇਵਲ ਖਾਣ ਪੀਣ ਦਾ ਧਿਆਨ ਰੱਖਦੀ ਹੈ। ਇਸ ਤੋਂ ਵੱਧ ਉਹਦਾ ਕੋਈ ਧਿਆਨ ਨਹੀਂ ਹੁੰਦਾ। ਨਾ ਉਹਦਾ ਇਹ ਧਿਆਨ ਹੁੰਦਾ ਕਿ ਮੇਰੇ ਗਰਭ ਦੇ ਵਿੱਚ ਜਿਸ ਬੱਚੇ ਦੀ ਪਰਵਰਿਸ਼ ਹੋ ਰਹੀ ਆ, ਮੈਂ ਉਹਦੇ ਕਿਸੇ ਅੰਗ ਦਾ ਪ੍ਰਬੰਧ ਕਰਨਾ ਹੈ, ਕਿੱਥੋਂ ਕਰਾਂ।
ਨਹੀਂ, ਨਾ ਪਿਓ ਨੂੰ ਕੋਈ ਫਿਕਰ ਹੈ। ਉਹ ਨਿਰੰਕਾਰ ਦੇ ਹੁਕਮ ਦੇ ਵਿੱਚ, ਉਹਦੇ ਭਾਣੇ ਦੇ ਵਿੱਚ ਉਹ ਵਰਤਾਰਾ ਵਰਤਦਾ ਹੈ ਤੇ ਸਾਡੀ ਗੋਦ ਦੇ ਵਿੱਚ ਉਸ ਮਾਲਕ ਨਿਰੰਕਾਰ ਦੇ ਗੁਣਾਂ ਦੇ ਨਾਲ ਸ਼ਿੰਗਾਰਿਆ ਹੋਇਆ ਇੱਕ ਬੱਚੇ ਦੇ ਰੂਪ ਚ ਦਾਤ ਪ੍ਰਾਪਤ ਹੋਈ, ਜਿਹਦੇ ਸਾਰੇ ਅੰਗ ਸੰਪੂਰਨ ਹੁੰਦੇ ਨੇ। ਮਾਲਕ ਨੇ ਹੱਥ ਪੈਰ ਵੀ ਦਿੱਤੇ, ਉਹਨੂੰ ਦਿਮਾਗ ਵੀ ਦਿੱਤਾ, ਹਰੇਕ ਪੱਖ ਤੋਂ ਉਹਨੂੰ ਅੱਖਾਂ ਵੀ ਬਖਸ਼ੀਆਂ, ਔਰ ਬੱਚਾ ਮਾਂ ਦੀ ਗੋਦ ਵਿੱਚ ਖੇਡਦਾ ਹੈ ਤੇ ਮਾਂ ਉਹਨੂੰ ਬੜਾ ਪਿਆਰ ਕਰਦੀ ਹੈ ਤੇ ਮਾਂ ਨੂੰ ਬੜਾ ਚੰਗਾ ਲੱਗਦਾ ਹੈ। ਵੱਡਾ ਹੁੰਦਾ ਹੈ, ਬੱਚੇ ਦੇ ਅੰਗ ਪੈਰ ਥੋੜੇ ਵੱਡੇ ਹੋ ਜਾਣ, ਮਾਂ ਨੂੰ ਪੁੱਛ ਕੇ ਵੇਖੀਏ, ਮਾਂ ਬੜੀ ਪਰੇਸ਼ਾਨ ਆ। ਬੱਚਾ ਰੁੜਨ ਲੱਗ ਜੇ, ਪਿਓ ਇਸ਼ਾਰੇ ਕਰਦਾ ਕਿ ਮੇਰੀ ਗੋਦ ਵਿੱਚ ਆਏਗਾ, ਬੜਾ ਪਰੇਸ਼ਾਨ ਆ ਕਿ ਬੱਚਾ ਮੇਰਾ ਅੱਗੇ ਨਾਲੋਂ ਵੱਡਾ ਹੋ ਰਿਹਾ ਹੈ। ਵੱਡਾ ਹੁੰਦਾ ਹੁੰਦਾ ਉਹ ਬੱਚਾ ਤੁਰਨ ਲੱਗ ਜਾਂਦਾ ਹੈ। ਉਸ ਬੱਚੇ ਦੇ ਅਸੀਂ ਸਕੂਲ ਦਾ ਪ੍ਰਬੰਧ ਕਰ ਦਿੰਨੇ ਆ, ਪਰ ਚੇਤੇ ਰੱਖਿਓ ਸਾਰੇ ਅੰਗ ਬੱਚੇ ਦੇ ਵੱਡੇ ਹੁੰਦੇ ਨੇ, ਮਾਂ ਬਾਪ ਖੁਸ਼ ਹੁੰਦੇ ਨੇ। ਜਿਸ ਦਿਨ ਬੱਚੇ ਦੇ ਕੇਸ ਵੱਡੇ ਹੋਣ ਦੀ ਵਾਰੀ ਆਉਂਦੀ ਹੈ ਨਾ, ਉਸ ਦਿਨ ਅਸੀਂ ਉਹਨੂੰ ਨਾਈ ਦੀ ਦੁਕਾਨ ਦੇ ਅੱਗੇ ਲਿਜਾ ਕੇ ਬਿਠਾ ਦਿੰਨੇ ਆ ਤੇ ਉਹਦੇ ਕੇਸ ਕਤਲ ਕਰਵਾ ਦਿੰਨੇ ਆ। ਸੋਚ ਕੇ ਵੇਖਿਓ ਕਿਹਦੀ ਅਮਾਨਤ ਵਿੱਚ ਖਿਆਨਤ ਕੀਤੀ ਆ। ਜਿਹਦੀ ਅਮਾਨਤ ਵਿੱਚ ਖਿਆਨਤ ਕੀਤੀ ਆ ਨਾ, ਤੇ ਫਿਰ ਉਹਦੀ ਸਜ਼ਾ ਸਾਨੂੰ ਜੀਵਨ ਦੇ ਅੰਦਰ ਅਵਸ਼ ਭੁਗਤਣੀ ਪਏਗੀ। ਇਹ ਉਹਦੀ ਰਜ਼ਾ ਵਿੱਚ ਮਿਲੇ ਹੋਏ ਨੇ। ਪੜ੍ਹਦੇ ਅਸੀਂ ਰੋਜ਼ ਹਾਂ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਪੜ੍ਹਦੇ ਅਸੀਂ ਰੋਜ਼ ਹਾਂ ਕਿ ਕੇਤਿਆਂ ਦੁੱਖ ਭੂਖ ਸਦਮਾਰ, ਏਪੇ ਦਾਤ ਤੇਰੀ ਦਤਾਰ। ਪਰ ਉਹਦੀ ਰਜ਼ਾ ਨੂੰ ਕਿੰਨਾ ਕੁ ਕਬੂਲ ਕਰਦੇ ਆ। ਬਾਕੀ ਗੱਲਾਂ ਛੱਡੀਏ ਰਜ਼ਾ ਦੀਆਂ, ਅਸੀਂ ਤਾਂ ਆਪਣੀ ਜ਼ਿੰਦਗੀ ਦੇ ਅੰਦਰ ਉਹਨੇ ਸਾਨੂੰ ਆ ਕੇਸ ਦਿੱਤੇ ਨੇ, ਉਹਨੇ ਸਾਡੇ ਸਰੀਰ ਦੇ ਉੱਤੇ ਵਾਲ ਦਿੱਤੇ ਨੇ, ਅਸੀਂ ਤਾਂ ਉਹਨੂੰ ਉਹਦੀ ਰਜ਼ਾ ਮੰਨ ਕੇ ਪ੍ਰਵਾਨ ਨਹੀਂ ਕਰਦੇ ਤੇ ਬਾਕੀ ਦੀ ਅਸੀਂ ਗੱਲ ਛੱਡੀਏ। ਤੇ ਸਤਿਗੁਰੂ ਨੇ ਸਭ ਤੋਂ ਪਹਿਲੀ ਗੱਲ ਸਮਝਾਈ ਕਿ ਜੀਵਨ ਦੇ ਅੰਦਰ ਸਿੱਖ ਤੂੰ ਬਾਅਦ ਵਿੱਚ ਬਣ, ਪਹਿਲਾਂ ਉਸ ਮਾਲਕ ਨਿਰੰਕਾਰ ਦਾ ਪੈਦਾ ਕੀਤਾ ਹੋਇਆ ਕਿਤੇ ਮਨੁੱਖ ਬਣ ਜਾ ਆਪਣੇ ਜੀਵਨ ਦੇ ਅੰਦਰ। ਜਦੋਂ ਤੂੰ ਮਨੁੱਖ ਬਣ ਕੇ ਗੁਰੂ ਦੇ ਚਰਨਾਂ 'ਚ ਆਏਗਾ ਨਾ, ਤੇ ਗੁਰੂ ਤੇਰੇ ਤੇ ਰਹਿਮਤ ਕਰਕੇ ਤੈਨੂੰ ਆਪਣੀ ਸਿੱਖਿਆ ਦੀ ਦਾਤ ਦੇ ਕੇ ਉਹ ਤੈਨੂੰ ਸਿੱਖ ਬਣਾ ਲੇਗਾ। ਤੇ ਫਿਰ ਅਸੀਂ ਬਚਨ ਪੜ੍ਹਦੇ ਹਾਂ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਤੇ ਫਿਰ ਉਸ ਸਿੱਖੀ ਨੂੰ ਕੇਸਾਂ ਨਾਲ ਨਿਭਾਉਣ ਵਾਲਿਆਂ ਦਾ ਅਸੀਂ ਪ੍ਰਸੰਗ ਅਰਦਾਸ ਦੇ ਵਿੱਚ ਪੜ੍ਹਦੇ ਹਾਂ। ਤੇ ਸਿੱਖ ਮਾਣ ਨਾਲ ਕਹਿੰਦਾ, ਸੱਚੇ ਪਾਤਸ਼ਾਹ ਮੈਂ ਉਹਨਾਂ ਵਰਗੀ ਸਿੱਖੀ, ਉਹਨਾਂ ਵਰਗੇ ਕੇਸ ਤੇਰੇ ਚਰਨਾਂ ਵਿੱਚ ਜੁੜ ਕੇ ਮੰਗਦਾ, ਜਿਨ੍ਹਾਂ ਦਾ ਜ਼ਿਕਰ ਮੈਂ ਕਰਕੇ ਆਇਆ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੁਸੀਂ ਵੀ ਚਲਾਈ ਆ। ਕਿਸਾਨੀ ਮੋਰਚੇ ਦੇ ਵਿੱਚ ਦੁਨੀਆ ਨੂੰ ਦੱਸ ਦਿੱਤਾ, ਜਦੋਂ ਖਾਲਸੇ ਦੀ ਦੇਗ ਚੱਲਦੀ ਆ ਨਾ, ਤੇ ਦੂਜੇ ਲੋਕ ਵੀ ਕਹਿ ਉੱਠਣਗੇ ਕਿ ਦੁਨੀਆ ਦੇ ਲੋਗੋ, ਜੇ ਦਸਵੰਧ ਦੇਣਾ ਤੇ ਗੁਰਦੁਆਰੇ ਨੂੰ ਦਈਏ, ਇਹ ਸਾਨੂੰ ਕਦੇ ਭੁੱਖੇ ਨਹੀਂ ਮਰਨ ਦੇਣਗੇ। ਦੇਗ ਚਲਾਈ, ਉਹ ਸਾਡੇ ਸਾਹਮਣੇ ਸਾਡਾ ਵਿਰਸਾ, ਕਿਵੇਂ ਗੁਲਾਮੀ ਨੂੰ ਅਸੀਂ ਇਸ ਹਿੰਦੁਸਤਾਨ ਦੀਆਂ ਜੜਾਂ ਦੇ ਵਿੱਚੋਂ ਬਾਹਰ ਕੱਢਿਆ। ਉਹ ਤੋਂ ਬਾਅਦ ਅਸੀਂ ਜ਼ਿਕਰ ਪੜਾਂਗੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਫਿਰ ਅਸੀਂ ਅੱਗੇ ਜਾ ਕੇ ਦਾਤ ਮੰਗਾਂਗੇ, ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਨ, ਇਹੋ ਜਿਹੀ ਸਿੱਖੀ ਦੇ। ਪ੍ਰੇਰਨਾ ਸਰੋਤ ਬਣਾਈਏ। ਸਾਡਾ ਪ੍ਰੇਰਨਾ ਸਰੋਤ, ਸਾਡੇ ਬੱਚਿਆਂ ਦੇ ਪ੍ਰੇਰਨਾ ਸਰੋਤ ਕੌਣ ਨੇ? ਅਸੀਂ ਬਣਾਉਣੇ ਆ ਕਦੇ ਕਿਸੇ ਕਲਾਕਾਰ ਨੂੰ, ਕਦੇ ਕਿਸੇ ਅਸੀਂ ਐਕਟਰ ਨੂੰ ਬਣਾ ਲੈਂਦੇ ਆ, ਪਰ ਸਾਡੇ ਚੋਂ ਝਾਤ ਮਾਰ ਕੇ ਵੇਖਿਓ ਕਿਹਨੇ ਆਪਣੇ ਜੀਵਨ ਦੇ ਅੰਦਰ ਪ੍ਰੇਰਨਾ ਸਰੋਤ ਬਣਾਇਆ? ਚੌਹਾਂ ਸਾਹਿਬਜ਼ਾਦਿਆਂ। ਸਾਹਿਬਜ਼ਾਦੇ ਤਾਂ ਹੋਰ ਵੀ ਬਹੁਤ ਨੇ ਗੁਰੂ ਦੇ, ਪਰ ਉਹ ਚੌਹਾਂ ਦਾ ਜ਼ਿਕਰ ਕਿਉਂ ਆ? ਚਮਕੌਰ ਸਾਹਿਬ ਕਿੰਨੀ ਕੁ ਦੂਰ ਆ। ਅਸੀਂ ਹੋ ਸਕਦਾ ਸਾਡੇ ਵਿੱਚੋਂ ਉਹ ਵੀ ਨੇ ਜਿਹੜੇ ਰੋਜ਼ ਜਾਂਦੇ ਹੋਣ, ਉਹ ਵੀ ਜਿਹੜੇ ਹਫ਼ਤੇ ਬਾਅਦ ਜਾਂਦੇ ਹੋਣ ਗੁਰੂ ਘਰ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ। ਕਿਤੇ ਸੋਚ ਕੇ ਵੇਖਿਆ ਬਈ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਧਰਤੀ ਤੇ ਸਾਡੀ ਜਵਾਨੀ ਦਾ ਪ੍ਰੇਰਨਾ ਸਰੋਤ ਬਾਬਾ ਅਜੀਤ ਸਿੰਘ ਨੂੰ ਬਣਾਇਆ ਹੈ। ਉਹਨੇ ਕਿਹਾ ਸੀ ਨਾ, ਸੱਚੇ ਪਾਤਸ਼ਾਹ ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਤੋਂ ਖੈਰ ਹਾਰ ਕੇ ਨਹੀਂ ਆਊਂਗਾ। ਜੇ ਕਿਸੇ ਨੇ ਜਿੱਤਣ ਦਾ ਯਤਨ ਕੀਤਾ ਨਾ, ਮੈਂ ਹਾਰ ਕੇ ਨਹੀਂ ਵਾਪਸ ਪਰਤਾਂਗਾ। ਪਹਿਲੀ ਗੱਲ, ਮੈਂ ਜਿੱਤਾਂਗਾ ਜ਼ਰੂਰ,
ਇਹ ਸਾਡੇ ਅੰਦਰ ਉਹਨਾਂ ਨੇ ਹੌਸਲਾ ਭਰਿਆ। ਸਾਡੇ ਲਈ ਉਹ ਪ੍ਰੇਰਨਾ ਸਰੋਤ ਬਾਬਾ ਅਜੀਤ ਸਿੰਘ ਜੀ। ਪਰ ਹੁਣ ਅਸੀਂ ਕਿਵੇਂ ਕਹਿ ਸਕਦੇ ਹਾਂ ਬਈ ਸੱਚੇ ਪਾਤਸ਼ਾਹ ਤੂੰ ਇੱਥੇ ਇਹ ਰਹਿਮਤ ਵਰਤਾਈ ਕਿ ਇਨ ਪੁੱਤਰਨ ਕੇ ਸੀਸ ਪੇ ਵਾਰ ਦੀ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਸਾਡੇ ਚੋਂ ਕੌਣ ਜਿਹੜਾ ਕਹਿ ਸਕਦਾ ਸੱਚੇ ਪਾਤਸ਼ਾਹ ਤੇਰੇ ਅਜੀਤ ਸਿੰਘ ਵਰਗਾ ਬਣਨਾ, ਇਵੇਂ ਜੂਝ ਕੇ ਸ਼ਹਾਦਤ ਦਾ ਜਾਮ ਪੀਣਾ। ਤੇ ਪਿਤਾ ਕਹੇ ਪੁੱਤ ਤੂੰ ਸਾਹਮਣੇ ਜੂਝ ਕੇ ਸ਼ਹੀਦ ਹੋ, ਇਹ ਸ਼ਹਾਦਤ ਦੀ ਵਿਆਖਿਆ ਹੈ। ਸਾਹਮਣੇ ਜੂਝ ਕੇ ਪਿਓ ਭੇਜੇ, ਪਿਤਾ ਭੇਜੇ, ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਉਸ ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ ਨੂੰ ਜਿਹੜਾ ਉਹ ਤੋੜ ਨਿਭਾ ਕੇ ਆਖਿਆ ਬਈ ਸੱਚੇ ਪਾਤਸ਼ਾਹ ਅਸੀਂ ਤੇਰੇ ਸਾਹਮਣੇ ਸ਼ਹੀਦ ਹੋਵਾਂਗੇ। ਪਰ ਸੋਚ ਕੇ ਵੇਖੀਏ ਜਿਹਨੂੰ ਮੈਂ ਆਪਣੇ ਘਰ ਦੇ ਵਿੱਚੋਂ 16 ਸਾਲਾਂ ਦਾ ਪੁੱਤ ਮੇਰਾ ਵੀ ਜਾ ਰਿਹਾ ਮੇਰੇ ਨਾਲ ਚਮਕੌਰ ਸਾਹਿਬ ਦੀ ਧਰਤੀ ਤੇ, ਕੀ ਮੈਂ ਉਹਦੇ ਕੰਢੇ ਤੇ ਹੱਥ ਰੱਖ ਕੇ ਇਹ ਕਹਿ ਸਕਾਂਗਾ ਗੁਰੂ ਅੱਗੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਤੇਰੇ ਅਜੀਤ ਸਿੰਘ ਵਰਗਾ ਤਾਂ ਮੈਂ ਨਹੀਂ ਬਣਾ ਸਕਿਆ, ਪਰ ਉਹਦੇ ਵਰਗੀ ਤਸਵੀਰ ਬਣਾ ਕੇ ਤੇਰੇ ਕੋਲ ਲੈ ਕੇ ਆਏ ਆ। ਤੇ ਕੀ ਕਹਿ ਸਕਦੇ ਆ ਅਸੀਂ ਇਹ ਗੱਲ ਕਿ ਮੇਰਾ 16 ਸਾਲਾਂ ਦਾ ਗੱਭਰੂ ਜਿਹੜਾ ਮੇਰੇ ਨਾਲ ਤੁਰਿਆ ਜਾਂਦਾ ਮੋਢੇ ਨਾਲ ਮੋਢਾ ਜੋੜ ਕੇ, ਬਾਬਾ ਅਜੀਤ ਸਿੰਘ ਇਹਦੀ ਸੂਰਤ ਤੇਰੇ ਵਰਗੀ ਆ। 14 ਸਾਲ ਦਾ ਪੁੱਤ ਇਹਦੀ ਸੂਰਤ ਬਾਬਾ ਜੁਝਾਰ ਸਿੰਘ ਤੇਰੇ ਵਰਗੀ ਆ। ਮੈਂ ਨਿੱਕੇ ਜਿਹੇ ਬੱਚੇ ਆਪਣੇ ਫਤਿਹਗੜ੍ਹ ਸਾਹਿਬ ਲੈ ਕੇ ਜਾਵਾਂ ਤੇ ਉਹਨਾਂ ਨੂੰ ਅਸੀਂ ਕਹਿੰਦੇ ਆ ਬਾਬੇ, ਕਿਉਂ? ਕਿਉਂਕਿ ਉਹਨਾਂ ਨੇ ਸੰਸਾਰ ਨੂੰ, ਦੁਨੀਆ ਨੂੰ ਦੱਸ ਦਿੱਤਾ ਸੀ ਕਿ ਸੱਚ ਖਾਤਰ ਆਪਣਾ ਆਪ ਕਿਵੇਂ ਵਾਰ ਕੇ ਆਪਣੀ ਕੌਮ ਦੇ ਭਵਿੱਖ ਨੂੰ ਸਵਾਰ ਦੇਈਦਾ। ਉਹਨਾਂ ਨੇ ਆਖਿਆ ਸੀ ਨਾ, ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ की नींव हम सरों पे उठा चले, गुरियाई का किस्सा जहां से बना चले, बस तख्त ताज अब कौम पाएगी, जालिमों का दुनिया से निशान तक मिटाएगी। और फिर सोच के वेखिए बई की अज असी ਜਿਹਨੂੰ ਅਸੀਂ ਮਾਣ ਨਾਲ ਕਹਿੰਦੇ ਆ ਵੀ ਇਹ ਸਾਡਾ ਵਿਰਸਾ ਹੈ, ਇਹ ਸਾਡਾ ਸੱਭਿਆਚਾਰ ਹੈ, ਪਰ ਸਾਡੇ ਬੱਚੇ ਕੀ ਉਸ ਰਾਹ ਦੇ ਪਾਂਧੀ ਬਣੇ ਨੇ? ਜਾਂ ਮੈਂ ਆਪਣੇ ਬੱਚਿਆਂ ਨੂੰ ਉਹ ਉੱਥੇ ਲੈ ਕੇ ਗਿਆ, ਆਖਿਆ ਵੀ ਬੱਚਾ ਤੇਰੇ ਵਾਸਤੇ ਪ੍ਰੇਰਨਾ ਸਰੋਤ ਇਹ ਨੇ 4 ਸਾਹਿਬਜ਼ਾਦੇ। ਜਿਸ ਦਿਨ ਅਸੀਂ ਚੇਤੇ ਰੱਖਿਓ ਗੁਰਮੁਖੋ ਉਹਨਾਂ ਸਾਹਿਬਜ਼ਾਦਿਆਂ ਨੂੰ ਆਪਣਾ ਪ੍ਰੇਰਨਾ ਸਰੋਤ ਬਣਾ ਲਿਆ, ਜਿਸ ਦਿਨ ਅਸੀਂ ਖੋਪਰੀਆਂ ਉਤਾਰਨ ਵਾਲਿਆਂ ਨੂੰ ਪ੍ਰੇਰਨਾ ਸਰੋਤ ਬਣਾ ਲਿਆ, ਤੁਹਾਡੇ ਬੱਚੇ ਕਦੇ ਕੇਸ ਕਤਲ ਨਹੀਂ ਕਰਾਉਣਗੇ। ਅਜੇ ਤੱਕ ਤਾਂ ਅਸੀਂ ਪ੍ਰੇਰਨਾ ਸਰੋਤ ਕਿਸੇ ਹੋਰ ਨੂੰ ਬਣਾਈ ਫਿਰਦੇ ਹਾਂ। ਸਤਿਗੁਰੂ ਸਾਡੇ ਸਭਨਾਂ ਤੇ ਕਿਰਪਾ ਕਰਨ, ਇਹ ਰਹਿਮਤ ਕਰਨ, ਇਹ ਬਖਸ਼ਿਸ਼ ਕਰਨ। ਆਪਣਾ ਸੱਭਿਆਚਾਰ ਵੇਖਣਾ, ਬਾਹਰ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ, ਬੱਚਿਆਂ ਨੂੰ ਵਿਖਾ ਕੇ ਲੈ ਕੇ ਜਾਈਏ, ਬੱਚਿਆ ਆਏ ਤੇਰਾ ਬਜ਼ੁਰਗ, ਆਏ ਤੇਰਾ ਸੱਭਿਆਚਾਰ, ਉਹਨਾਂ ਬਜ਼ੁਰਗਾਂ ਨੇ ਆ ਇਤਿਹਾਸ ਸਿਰਜ ਕੇ ਦਿੱਤਾ ਹੈ। ਔਰ ਫਿਰ ਤੇਰੇ ਲਈ ਬਾਬਾਣੀਆਂ, ਕਹਾਣੀਆਂ, ਪੁੱਤ ਸੁਪੁੱਤ ਕਰੇਨ, ਇਹਨਾਂ ਪੰਕਤੀਆਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਅਸੀਂ ਘਰ ਜਾ ਕੇ ਜਦੋਂ ਪੜਚੋਲ ਕਰਾਂਗੇ, ਮਾਂ ਪੜਚੋਲ ਕਰੇ, ਦਾਦੀ ਪੜਚੋਲ ਕਰੇ, ਦਾਦਾ ਪੜਚੋਲ ਕਰੇ, ਪਿਤਾ ਪੜਚੋਲ ਕਰੇ ਕਿ ਮੈਂ ਆਪਣੇ ਬੱਚੇ ਨੂੰ ਉਹ ਰਾਹ ਦਿਖਾਉਣ ਦਾ ਯਤਨ ਕਰ ਰਿਹਾ ਹਾਂ। ਮੈਂ ਆਪਣੇ ਬੱਚੇ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਉਹਨਾਂ ਸਾਹਿਬਜ਼ਾਦਿਆਂ ਦੀਆਂ, ਉਹਨਾਂ ਬਾਬਿਆਂ ਦੀਆਂ ਕਹਾਣੀਆਂ ਸੁਣਾ ਕੇ ਆਪਣੇ ਬੱਚੇ ਦਾ ਮਨੋਬਲ ਉੱਚਾ ਚੁੱਕ ਰਹੇ ਹਾਂ। ਜਿੱਦਾਂ ਅਸੀਂ ਕਰ ਰਹੇ ਹਾਂ ਤੇ ਫਿਰ ਤਾਂ ਮਾਲਕ ਕਿਰਪਾ ਕਰੇਗਾ, ਸਾਡੀ ਕੌਮ ਦਾ ਭਵਿੱਖ ਉਜਲਾ ਨਜ਼ਰ ਆਏਗਾ। ਇਹਦੇ ਨਾਲ 2 ਦਾਤਾਂ ਸਾਨੂੰ ਪ੍ਰਾਪਤ ਹੋਣਗੀਆਂ, ਜੋ ਮੇਰੇ ਮਾਲਕ ਨੇ ਬਾਹਰੀ ਰੂਪ 'ਚ ਸਾਨੂੰ ਇਹ ਪਹਿਰਾਵਾ ਦਿੱਤਾ, ਸਾਬਤ ਸੂਰਤ ਦਿੱਤਾ, ਔਰ ਨਾਲ 5 ਕਕਾਰਾਂ ਦੀ ਦਾਤ ਦਿੱਤੀ। ਉਹਦੇ ਨਾਲ ਮੇਰੇ ਮਾਲਕ ਨੇ ਫਿਰ ਨਾਲ ਕਿਰਦਾਰ ਵੀ ਬਖਸ਼ਿਆ। 5 ਕਕਾਰ ਸਾਨੂੰ ਬਾਹਰੀ ਵਰਦੀ ਦੇ ਨਾਲ ਨਾਲ ਅੰਦਰੋਂ ਕਿਰਦਾਰ ਦੀ ਗੱਲ ਸਿਖਾਉਣ ਦਾ ਜਿਹੜਾ ਉਹ ਸਿੱਖਿਆ, ਉਹ ਯਤਨ ਕਰਦੇ ਨੇ। ਅਸੀਂ ਉਹਨਾਂ 5 ਕਕਾਰਾਂ ਤੋਂ ਆਪਣੇ ਕਿਰਦਾਰ ਨੂੰ ਵੀ ਔਰ ਆਪਣੀ ਸਰਦਾਰੀ ਨੂੰ ਵੀ ਅਸੀਂ ਕਾਇਮ ਰੱਖਣ ਦਾ ਯਤਨ ਕਰਨਾ ਜੀ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਆਪ ਸਮੁੱਚੀਆਂ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ ਜੋ ਹਰ ਸਾਲ ਪਿਆਰ ਬਖਸ਼ਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।